ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ ਰੁਕ ਸਭ ਤੋਂ ਪਹਿਲਾਂ ਕਰਾਂਗੇ ਅੱਜ ਕਿਸਾਨਾਂ ਦੀ ਕਚਹਿਰੀ ਦੀ ਵੱਲ। ਜੀ ਹਾਂ, ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਕਚਹਿਰੀ ਲੱਗੇਗੀ ਜਿਸ ਦੇ ਵਿੱਚ ਸਿਆਸਤਦਾਨਾਂ ਦੀ ਪੇਸ਼ੀ ਹੈ। ਅੱਜ ਕਿਸਾਨਾਂ ਦੇ ਵੱਲੋਂ ਚਰਚਾ ਕੀਤੀ ਜਾਣੀ ਹੈ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਨਾਲ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਣਾਇਆ ਗਿਆ ਇੱਕ ਵਫਦ ਵੀ ਪਹੁੰਚੇਗਾ ਤੇ ਨਵਜੋਤ ਸਿੰਘ ਸਿੱਧੂ ਖੁਦ ਆਪਣੇ ਤੌਰ ਦੇ ਉੱਤੇ ਪਾਰਟੀ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਣਗੇ। ਵੱਖ-ਵੱਖ ਸਿਆਸੀ ਧਿਰਾਂ ਦੇ ਨੁਮਾਇੰਦੇ ਇਸ ਮੀਟਿੰਗ ਦਾ ਹਿੱਸਾ ਬਣ ਰਹੇ ਨੇ। ਦੱਸ ਦਈਏ ਕਿ ਅੱਜ ਦੀ ਮੀਟਿੰਗ ਇਸ ਪੱਖੋਂ ਵੀ ਅਹਿਮ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਅੱਜ ਦੀ ਮੀਟਿੰਗ ਦੇ ਵਿੱਚ ਬਹੁਤ ਵੱਡੇ ਫੈਸਲੇ ਲੈ ਸਕਦੀਆਂ ਨੇ। ਅੱਜ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਚ ਹੋਣ ਵਾਲੀਆਂ ਰੈਲੀਆਂ ਨੂੰ ਲੈ ਕੇ ਫੈਸਲਾ ਹੋਏਗਾ। ਪੰਜਾਬ ਦੇ ਵਿੱਚ ਹੋਣ ਵਾਲੇ ਸਿਆਸੀ ਇਕੱਠਾਂ ਦੇ ਉੱਤੇ ਫੈਸਲਾ ਕਰਨਗੀਆਂ ਕਿਸਾਨ ਜਥੇਬੰਦੀਆਂ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਬੈਠਕ ਸੱਦੀ ਹੈ। ਨਵਜੋਤ ਸਿੰਘ ਸਿੱਧੂ ਦੇ ਪਹੁੰਚਣ ਦੀਆਂ ਚਰਚਾਵਾਂ ਦੇ ਉੱਤੇ ਸਿੱਧਾ ਚੱਲਾਂਗੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਜੋ ਚਰਚਾਵਾਂ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਪਹੁੰਚ ਰਹੇ ਨੇ ਇਸ ਮੀਟਿੰਗ ਦੇ ਵਿੱਚ ਜੋ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਹੋਣ ਜਾ ਰਹੀ ਹੈ, ਕਿ ਨਵਜੋਤ ਸਿੰਘ ਸਿੱਧੂ ਵਾਕਈ ਇਸ ਮੀਟਿੰਗ ਦਾ ਹਿੱਸਾ ਹੋਣਗੇ ਜਾਂ ਉਹਨਾਂ ਦੇ ਵੱਲੋਂ ਵੀ ਅਕਾਲੀ ਦਲ ਦੇ ਵਾਂਗ ਕੋਈ ਵਫਦ ਪਹੁੰਚੇਗਾ ਜੋ ਵਫਦ ਜਾ ਕੇ ਚਰਚਾ ਕਰੇਗਾ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ? ਹਾਂਜੀ ਗਗਨ ਜੀ, ਨਵਜੋਤ ਸਿੰਘ ਸਿੱਧੂ ਜਾ ਰਹੇ ਨੇ ਔਰ ਸੰਯੁਕਤ ਕਿਸਾਨ ਮੋਰਚਾ ਨੂੰ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬੜੇ ਆਦਰ ਸਤਿਕਾਰ ਦੇ ਨਾਲ ਇਹ ਜਾਣਕਾਰੀ ਭੇਜ ਦਿੱਤੀ ਗਈ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਥੇ ਹਾਜ਼ਰ ਹੋਣਗੇ। ਸੋ ਨਵਜੋਤ ਸਿੰਘ ਸਿੱਧੂ ਖੁਦ ਜਾਣਗੇ, ਉਹਨਾਂ ਦੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਨੇ ਕੁਲਜੀਤ ਸਿੰਘ ਨਾਗਰਾ, ਉਹ ਜਾਣਗੇ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨੇ ਜਿਹੜੇ ਕਿ ਆਰਗੇਨਾਈਜੇਸ਼ਨ ਦੇ ਇੰਚਾਰਜ ਨੇ, ਦਫ਼ਤਰ ਇੰਚਾਰਜ ਨੇ, ਪ੍ਰਗਟ ਸਿੰਘ, ਉਹ ਜਾਣਗੇ ਔਰ ਤਿੰਨੇ ਲੀਡਰ ਕਿਸਾਨਾਂ ਦੇ ਸੱਦੇ ਤੇ ਪਹੁੰਚਣਗੇ। ਔਰ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਹਮੇਸ਼ਾ ਜਦੋਂ ਕਿਸਾਨ ਅੰਦੋਲਨ ਨੇ ਆਵਾਜ਼ ਮਾਰੀ, ਨਾ ਕੇਵਲ ਨਵਜੋਤ ਸਿੰਘ ਸਿੱਧੂ ਬਲਕਿ ਪ੍ਰਗਟ ਸਿੰਘ, ਕੁਲਜੀਤ ਨਾਗਰਾ, ਸਾਰੇ ਲੋਕ ਕਿਸਾਨਾਂ ਦੇ ਨਾਲ ਖੜੇ ਨੇ। ਔਰ ਨਵਜੋਤ ਸਿੰਘ ਸਿੱਧੂ ਔਰ ਸਾਰੀਆਂ ਕਿਸਾਨ ਹਮਾਇਤੀ ਧਿਰਾਂ, ਭਾਵੇਂ ਉਹ ਕਾਂਗਰਸ ਦੇ ਵਿੱਚ ਨੇ, ਭਾਵੇਂ ਉਹ ਸਾਡੇ ਸਮਾਜ ਦੇ ਵਿੱਚ ਨੇ, ਸਾਰੇ ਇਸ ਗੱਲ ਦੇ ਹਾਮੀ ਨੇ ਇਸ ਵਕਤ ਕਿ 3 ਖੇਤੀ ਕਾਨੂੰਨ ਨੇ ਜਿਹੜੇ ਇਹਨਾਂ ਨੂੰ ਰੱਦ ਕਰ ਦਿੱਤੇ ਜਾਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਸਾਹਿਬ ਨਵੇਂ ਸਿਰੇ ਤੋਂ ਇਹਨਾਂ ਕਾਨੂੰਨਾਂ ਨੂੰ ਬਣਾਉਣ, ਕਿਸਾਨਾਂ ਦੀ ਸਹਿਮਤੀ ਲਈ ਜਾਵੇ। ਉਹਦੇ ਨਾਲ ਕਿਸਾਨ ਨੇ ਜਿਹੜੇ ਉਹ ਵੀ ਰਾਹਤ ਖੁਸ਼ੀ ਮਹਿਸੂਸ ਕਰਨਗੇ ਕਿਉਂਕਿ ਇਸ ਵਕਤ ਪੰਜਾਬ ਦੀ ਜਿਹੜੀ ਕਿਸਾਨੀ ਹੈ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ। ਸਾਡੀ ਆਰਥਿਕਤਾ ਜਿਹੜੀ ਉਹ ਖੇਤੀ ਆਧਾਰਿਤ ਹੈ। ਸੋ ਐਗਰੀਕਲਚਰ ਬੇਸਡ ਇਕਨੋਮੀ ਹੈ ਪੰਜਾਬ ਦੀ ਔਰ ਅਜਿਹੀਆਂ ਸਥਿਤੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਕੋਲੇ ਕਈ ਅਜਿਹੀਆਂ ਯੋਜਨਾਵਾਂ ਨੇ ਕਿ ਅਸੀਂ ਕਿਵੇਂ ਪੰਜਾਬ ਦੀ ਖੇਤੀਬਾੜੀ ਨੂੰ ਲੀਹਾਂ ਤੇ ਲੈ ਕੇ ਆਉਣਾ, ਕਿਵੇਂ ਅਸੀਂ ਪੰਜਾਬ ਦੇ ਵਿੱਚ ਐਗਰੀਕਲਚਰ ਉਤਪਾਦ ਨੇ ਜਿਹੜੇ ਉਹਨਾਂ ਦੀ ਮਾਰਕੀਟਿੰਗ ਕਰਨੀ ਹੈ, ਕਿਵੇਂ ਅਸੀਂ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਜ਼ਰੀਏ ਆਪਣੇ ਸੂਬੇ ਨੂੰ ਪੈਰਾਂ ਸਿਰ ਖੜਾ ਕਰਨਾ, ਭਾਵੇਂ ਕੋਲਡ ਸਟੋਰੇਜ ਬਣਾਉਣ ਦੀ ਗੱਲ ਹੋਵੇ, ਭਾਵੇਂ ਕੋਆਪਰੇਟਿਵ ਦੀ ਤਰਜ਼ ਤੇ ਪੰਜਾਬ ਦੇ ਵਿੱਚ ਸਾਡੇ ਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਦਾ ਜਿੰਮਾ ਹੋਵੇ। ਨਵਜੋਤ ਸਿੰਘ ਸਿੱਧੂ ਇੱਕ ਵਿਜ਼ਨਰੀ ਲੀਡਰ ਨੇ, ਉਹਨਾਂ ਕੋਲੇ ਬਹੁਤ ਸਾਰੀਆਂ ਯੋਜਨਾਵਾਂ ਨੇ, ਬਹੁਤ ਸਾਰੇ ਪਲਾਨ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਕੋਲੇ ਔਰ ਸਮੇਂ-ਸਮੇਂ ਤੇ ਕਿਸਾਨਾਂ ਦੇ ਹਰ ਸੱਦੇ ਨੂੰ ਉਹਨਾਂ ਨੇ ਪ੍ਰਵਾਨ ਕੀਤਾ ਹੈ। ਭਾਵੇਂ ਜਦੋਂ ਕਾਲੇ ਝੰਡੇ ਲਹਿਰਾ ਕੇ ਘਰ ਤੇ ਲਗਾ ਕੇ ਰੋਸ ਪ੍ਰਗਟ ਕਰਨ ਦੇ ਵਿੱਚ ਕਿਸਾਨ ਮੋਰਚੇ ਦਾ ਸੱਦਾ ਸੀ, ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਮੇਤ ਪਰਿਵਾਰ ਹਿੱਸਾ ਲਿਆ ਔਰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵਿਧਾਨ ਸਭਾ ਦੇ ਵਿੱਚ ਅੱਜ ਵੀ ਨਵਜੋਤ ਸਿੰਘ ਸਿੱਧੂ ਪੂਰੀ ਸ਼ਿੱਦਤ ਦੇ ਨਾਲ ਚੱਲ ਰਹੇ ਨੇ, ਚੱਕ ਰਹੇ ਨੇ। ਔਰ ਹੁਣ ਜਿਹੜੀ ਮੀਟਿੰਗ ਹੈ ਅੱਜ ਦੀ ਮੀਟਿੰਗ ਬੜੀ ਅਹਿਮ ਵਿਚਾਰਾਂ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਉਮੀਦ ਕਰਦਾ ਹੋਣਗੀਆਂ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਈ ਤਰ੍ਹਾਂ ਦੇ ਸਲਾਹ ਮਸ਼ਵਰੇ ਨੇ ਜਿਹੜੇ, ਭਾਵੇਂ ਉਹ ਸਵਾਲ ਜਵਾਬ ਦੇ ਰੂਪ ਦੇ ਵਿੱਚ ਹੋਣ, ਅਸਲ 'ਚ ਸਲਾਹ ਮਸ਼ਵਰੇ ਹੁੰਦੇ ਨੇ, ਉਹ ਸਾਰੀਆਂ ਪੋਲੀਟੀਕਲ ਧਿਰਾਂ ਦੇ ਨਾਲ ਉਹਨਾਂ ਨੇ ਕਰਨੇ ਨੇ। ਔਰ ਬਤੌਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਾਈਸ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਜੀ ਔਰ ਪ੍ਰਗਟ ਸਿੰਘ ਹੋਰੀ, ਇਹ ਸਾਰੇ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਰੂਬਰੂ ਜਦੋਂ ਹੋਣਗੇ ਤੇ ਅੱਜ ਦਾ ਦਿਨ ਹੈ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਬੜਾ ਉਸਾਰੂ ਦਿਨ ਬਣ ਕੇ ਨਿਕਲੂਗਾ ਔਰ ਅੱਜ ਚੰਗੇ ਫੈਸਲਿਆਂ ਦੀ ਅਸੀਂ ਚੰਗੇ ਪੰਜਾਬ ਦੇ ਹਿੱਤ 'ਚ, ਕਿਸਾਨੀ ਦੇ ਹਿੱਤ 'ਚ ਅੱਜ ਚੰਗੇ ਵਿਚਾਰ ਹੋਣ ਦੀ ਕਾਮਨਾ ਜਿਹੜੀ ਗਗਨ ਜੀ ਉਹ ਕੀਤੀ ਜਾ ਸਕਦੀ। ਜੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ, ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ। ਤੇ ਉਧਰ ਦੂਜੇ ਪਾਸੇ ਹੁਣ ਅਕਾਲੀ ਦਲ ਦਾ ਵੀ ਰੁਖ ਕਰਾਂਗੇ।
ਅਕਾਲੀ ਦਲ ਦੇ ਵੱਲੋਂ ਖਾਸ ਵਫਦ ਦਾ ਗਠਨ ਕੀਤਾ ਗਿਆ ਹੈ। ਜੋ ਕਮੇਟੀ ਬਣਾਈ ਗਈ ਹੈ, ਇਹ ਕਮੇਟੀ ਜਾ ਕੇ ਚਰਚਾ ਕਰੇਗੀ ਕਿਸਾਨਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਸੀਨੀਅਰ ਅਕਾਲੀ ਆਗੂ ਇਸ ਕਮੇਟੀ ਦੇ ਵਿੱਚ ਮੌਜੂਦ ਹੋਣਗੇ। ਇਹਨਾਂ ਦੇ ਬਾਰੇ ਵੀ ਵਿਸ਼ੇਸ਼ ਤੌਰ ਦੇ ਉੱਤੇ ਜਾਣਕਾਰੀ ਦੇ ਲਈ ਸਿੱਧਾ ਦਲਜੀਤ ਸਿੰਘ ਚੀਮਾ ਹੁਣਾਂ ਦਾ ਰੁਖ ਕਰਾਂਗੇ। ਦਲਜੀਤ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਦੇ ਉੱਤੇ ਪੂਰੀ ਜਾਣਕਾਰੀ ਇਸ ਮਸਲੇ ਦੇ ਵਿੱਚ ਦਿੱਤੀ ਹੈ। ਜਿਹੜੀ ਪਿਛਲੇ ਦਿਨੀ ਕਿਸਾਨ ਮੋਰਚੇ ਨੂੰ ਇੱਕ ਚਿੱਠੀ ਲਿਖੀ ਸੀ, ਉਹਨਾਂ ਨੇ 32 ਕਿਸਾਨ ਜਥੇਬੰਦੀਆਂ ਨੇ ਅੱਜ ਉਸ ਸੰਬੰਧ ਦੇ ਵਿੱਚ ਉਹਦੇ ਤੇ ਵਿਚਾਰ ਚਰਚਾ ਕਰਨ ਵਾਸਤੇ ਜਿਹੜੀ ਕੱਲ ਮੀਟਿੰਗ ਰੱਖੀ ਹੈ, ਉਹਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਇਨਵੀਟੇਸ਼ਨ ਜਿਹੜਾ ਅੱਜ ਪ੍ਰਾਪਤ ਹੋਇਆ ਔਰ ਪ੍ਰਧਾਨ ਸਾਹਿਬ ਨੇ 4 ਪਾਰਟੀ ਦੇ ਲੀਡਰ ਸਾਹਿਬਾਨ ਦੀ ਡਿਊਟੀ ਲਾਈ ਹੈ ਕਿ ਉਹ ਕੱਲ ਜਾ ਕੇ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ, ਉਹਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸ਼ਮੂਲੀਅਤ ਕਰਨਗੇ। ਉਹਦੇ ਵਿੱਚ ਸਾਡੇ ਪਾਰਟੀ ਦੇ ਸੈਕਟਰੀ ਜਨਰਲ ਸਰਦਾਰ ਬਰਿੰਦਰ ਸਿੰਘ ਭੁੱਲਰ ਸਾਹਿਬ ਨੇ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਨੇ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਔਰ ਚੌਥੇ ਨੰਬਰ ਦੇ ਉੱਤੇ ਮੇਰੀ ਡਿਊਟੀ ਲੱਗੀ ਹੈ। ਮੈਂ ਵੀ ਕੱਲ ਉਹਨਾਂ ਦੇ ਨਾਲ ਜਾ ਕੇ ਅਸੀਂ ਜਿਹੜੀ ਮੀਟਿੰਗ ਹੈ ਉਹਨਾਂ ਦੀ ਉਹ ਅਟੈਂਡ ਕਰਾਂਗੇ ਤੇ ਪਾਰਟੀ ਦੇ ਵੱਲੋਂ ਸਾਰਾ ਜਿਹੜਾ ਪੱਖ ਹੈ ਉਹ ਉੱਥੇ ਰੱਖਾਂਗੇ। ਇਹੀ ਅੱਜ ਜਾਣਕਾਰੀ ਹੈ ਜਿਹਦੇ ਵਾਸਤੇ ਤੁਹਾਨੂੰ ਪੁੱਛਦੇ ਸੀ। ਨਹੀਂ, ਉਹ ਤਾਂ ਆਲਰੇਡੀ ਹਾਲੇ ਜਿਹੜੇ ਅਸੀਂ 10 ਤਰੀਕ ਤੱਕ ਕੀਤੇ ਸੀ। ਕੱਲ ਉਹਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਫਿਰ ਅਸੀਂ ਵਿਚਾਰ ਚਰਚਾ ਕਰਕੇ ਹੋਰ ਕੋਈ ਜਿਹੜੀ ਅਗਲੀ ਗੱਲ ਹੈ ਉਹ ਫਿਰ ਮੀਡੀਆ ਦੇ ਨਾਲ ਸਾਂਝੇ ਕਰਾਂਗੇ। ਇਸ ਕਰਕੇ ਜਿਹੜਾ ਫੈਸਲਾ ਹੋਇਆ ਅੱਜ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਸਾਹਿਬ ਦੀ ਕਿ ਮੀਟਿੰਗ ਕੱਲ ਅਸੀਂ ਅਟੈਂਡ ਕਰਾਂਗੇ। 4 ਲੀਡਰਾਂ ਦੇ ਨਾਮ ਅਸੀਂ ਉਹਨਾਂ ਨੂੰ ਭੇਜ ਦਿੱਤੇ ਆ, ਉਹ ਜਾ ਕੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਅਟੈਂਡ ਕਰਨਗੇ। ਤੇ ਉਧਰ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਵੱਲ ਰੁਖ ਕਰਾਂਗੇ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬੀਤੇ ਦਿਨੀ ਇੱਕ ਵੀਡੀਓ ਜਾਰੀ ਕਰਦਿਆਂ ਹੁਣ ਪੰਜਾਬ ਦੀ ਨਹੀਂ ਬਲਕਿ ਕੇਂਦਰ ਦੀ ਸਿਆਸਤ ਨੂੰ ਤੁਰਾ ਨਿਸ਼ਾਨੇ ਦੇ ਉੱਤੇ ਲਿਆ ਗਿਆ ਹੈ। ਕੇਂਦਰ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਦੇ ਵੱਲੋਂ, ਜਿਸ ਤਰ੍ਹਾਂ ਦੇ ਨਾਲ ਬੀਤੇ ਦਿਨੀ MSP ਦੇ ਵਿੱਚ ਵਾਧਾ ਕੇਂਦਰ ਦੀ ਸਰਕਾਰ ਦੇ ਵੱਲੋਂ ਵੱਖ-ਵੱਖ ਫਸਲਾਂ ਦੇ ਵਿੱਚ ਕੀਤਾ ਗਿਆ ਹੈ। ਉਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਟਿੱਪਣੀ ਆਈ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਮਜ਼ਾਕ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਨਾਲ। ਜਿਸ ਤਰ੍ਹਾਂ ਦੇ ਨਾਲ ਕੋਈ 2 ਰੁਪਏ ਦਾ ਵਾਧਾ ਹੈ, ਕਿਤੇ 40 ਰੁਪਏ ਤੱਕ ਦਾ ਵਾਧਾ ਹੋ ਰਿਹਾ ਹੈ। ਇਹ ਵਾਧਾ ਕਿਸਾਨਾਂ ਦੇ ਲਈ ਉਹ ਜਿਹਾ ਵਾਧਾ ਨਹੀਂ ਹੈ ਜਿਸ ਦੇ ਦਾਅਵੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਸੀ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਦੁੱਗਣੀ ਆਮਦਨ ਕਰ ਦਿੱਤੀ ਜਾਏਗੀ ਕਿਸਾਨਾਂ ਦੀ, ਪਰ ਇਹ ਦੁੱਗਣੀ ਤੋਂ ਵੀ ਕਿਤੇ ਪਿੱਛੇ ਰਹਿ ਗਈ ਹੈ। ਆਮਦਨ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਲਿਆ ਕਿ ਕੁਝ ਕਹਿ ਰਹੇ ਨੇ। ਸਿੱਧੂ ਪਹਿਲਾਂ ਸੁਣੋ। ਜੇ ਰਾਜ ਸਰਕਾਰ ਦੁਆਰਾ MSP ਦੇ ਉੱਤੇ ਕੋਈ ਬੋਨਸ ਦਿੱਤਾ ਜਾਂਦਾ ਹੈ ਤਾਂ ਕੇਂਦਰ ਸਰਕਾਰ ਕੇਂਦਰੀ ਪੂਲ ਹੇਠਾਂ ਉਸ ਦਾ ਅਨਾਜ ਸਵੀਕਾਰ ਨਹੀਂ ਕਰੇਗੀ। ਇਹ ਬਲੈਕਮੇਲ ਸੀ। ਤੀਜਾ, FCI ਨੂੰ ਸਟੋਰ ਕਰਨ ਦਾ ਕੰਮ ਨਿੱਜੀ ਖਿਡਾਰੀਆਂ ਯਾਨੀ ਅਡਾਨੀ ਨੂੰ ਆਊਟਸੋਰਸ ਕਰਨਾ ਚਾਹੀਦਾ ਹੈ, ਰਿਕਮੈਂਡੇਸ਼ਨ ਹੈ। ਚੌਥੀ, ਕਮੇਟੀ ਸੁਝਾਅ ਦਿੰਦੀ ਹੈ ਕਿ ਕੇਂਦਰ ਨੂੰ PDS ਸਿਸਟਮ ਦੇ ਅਧੀਨ ਜਿਹੜਾ 67% ਗਰੀਬ ਸਬਸਿਡਾਈਜ਼ ਰੇਟ ਦੇ ਉੱਤੇ ਫੂਡ ਸਿਕਿਉਰਿਟੀ ਦੇ ਤਹਿਤ ਖਾਣਾ ਅੰਨ ਪਾਣੀ ਲੈਂਦਾ ਸੀ, ਉਹਦੀ ਆਬਾਦੀ ਨੂੰ ਮੁੜ ਵਿਚਾਰ ਕੇ 40% ਘਟਾ ਕੇ 27% ਲੋਕਾਂ ਨੂੰ ਗਰੀਬੀ ਰੇਖਾ ਵਾਲਿਆਂ ਨੂੰ ਇਹ ਜਿਹੜਾ PDS ਮਿਲਦਾ ਹੈ ਇਹ ਬੰਦ ਕੀਤਾ ਜਾਵੇ। ਇਹਦਾ ਨਾ ਕੋਈ ਆંકੜਾ ਹੈ, ਨਾ ਕੋਈ ਰਿਕਾਰਡ ਹੈ ਤੇ ਨਾ ਕੋਈ ਫਿਗਰਸ ਨੇ ਜਿਸ ਤਹਿਤ ਇਹ ਪਤਾ ਲੱਗੇ ਕਿ ਕੌਣ ਅਮੀਰ ਹੈ ਤੇ ਕੌਣ ਗਰੀਬ ਹੈ। ਇਹਦਾ ਕੋਈ ਰਿਕਾਰਡ। ਇਹਨਾਂ ਸਿਫਾਰਸ਼ਾਂ ਨੂੰ ਪੜ੍ਹੋ ਅਤੇ ਇਸ ਦੀ ਤੁਲਨਾ ਮੌਜੂਦਾ ਖੇਤੀ ਕਾਨੂੰਨਾਂ ਅਤੇ FCI ਦੀ ਹਾਲਤ ਦੇ ਨਾਲ ਕਰੋ। ਇਹਨਾਂ ਸਿਫਾਰਸ਼ਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਭਾਗ 1 ਤੋਂ 3 ਜਿਹੜੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਨਿਯੰਤਰਣ ਕਰਨ ਲਈ ਸਟੋਰੇਜ, ਪ੍ਰੋਕਿਉਰਮੈਂਟ ਅਤੇ ਪ੍ਰਬੰਧਨ, ਭੰਡਾਰਨ, ਖਰੀਦ ਅਤੇ ਲੌਜਿਸਟਿਕਸ ਦੇ ਨਾਲ ਸੰਬੰਧਿਤ ਹੈ। ਭਾਗ B, ਚੌਥੀ ਸਿਫਾਰਿਸ਼ ਰਿਟੇਲ ਬਾਜ਼ਾਰ ਦੇ ਨਿਯੰਤਰਣ ਦੇ ਨਾਲ ਸੰਬੰਧਿਤ ਹੈ ਕਿ ਪਰਚੂਨ ਦੇ ਵਿੱਚ ਜਿੱਥੇ ਸਮਾਨ ਵਿਕਦਾ ਹੈ ਉਹਦੇ ਨਾਲ ਸੰਬੰਧਿਤ ਹੈ। ਤੇ ਇੱਥੇ ਹੀ ਬਸ ਨਹੀਂ, ਨਵਜੋਤ ਸਿੰਘ ਸਿੱਧੂ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ। ਉਹਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਵੱਡੀ ਕੁਰਬਾਨੀ ਦੀ ਗੱਲ ਕਰਦੇ ਨੇ, ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ PPS ਦੇ ਉੱਤੇ ਜੋ ਸਾਈਨ ਕੀਤੇ ਗਏ ਸੀ, ਜੋ ਬਿੱਲ ਬਣਾਏ ਗਏ ਸੀ, ਖੇਤੀ ਬਿੱਲਾਂ ਦੇ ਉੱਤੇ ਜੋ ਸਾਈਨ ਹੋਏ ਸੀ, ਇਸ ਕਮੇਟੀ ਦੇ ਵਿੱਚ ਵੀ ਇਹ ਹਾਜ਼ਰ ਸੀ। ਸੋ ਇਸ ਕਰਕੇ ਇਹਨਾਂ ਦੀ ਵੀ ਬਰਾਬਰ ਦੀ ਹਿੱਸੇਦਾਰੀ ਬਣਦੀ ਹੈ। 3
ਖੇਤੀਬਾੜੀ ਕਾਨੂੰਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਲੀਡਰਸ਼ਿਪ ਸਮੇਤ ਪ੍ਰੈਸ ਕਾਨਫਰੰਸਾਂ ਕੀਤੀਆਂ ਅਤੇ ਖੁੱਲ੍ਹੇਆਮ ਖੇਤੀ ਕਾਨੂੰਨਾਂ ਦੀ ਪ੍ਰਸ਼ੰਸਾ ਕੀਤੀ। 3 ਸਤੰਬਰ 2020 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ ਦੇ ਪੱਖ ਦੇ ਵਿੱਚ ਆਪਣਾ ਵੀਡੀਓ ਅਪਲੋਡ ਕੀਤਾ, ਜਨਤਕ ਹੈ, ਕੋਈ ਵੀ ਦੇਖ ਲਵੇ। ਤੇ ਫਿਰ ਖੇਤੀ ਕਾਨੂੰਨ 7 ਸਤੰਬਰ 2020 ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ ਤੇ ਆਪਣਾ ਵੀਡੀਓ ਅਪਲੋਡ ਕੀਤਾ ਔਰ ਖੇਤੀ ਕਾਨੂੰਨਾਂ ਦੀ ਡਟ ਕੇ ਪ੍ਰਸ਼ੰਸਾ ਕੀਤੀ। ਇਹ 3 ਸਤੰਬਰ ਨੂੰ 7 ਸਤੰਬਰ ਨੂੰ ਕਰ ਰਹੀ ਹੈ ਤੇ 17 ਸਤੰਬਰ ਨੂੰ ਹਰਸਿਮਰਤ ਬਾਦਲ ਅਸਤੀਫਾ ਦਿੰਦੀ ਹੈ। ਉਹ ਅਸਤੀਫਾ ਮਜਬੂਰੀ ਦੇ ਵਿੱਚ ਲੋਕਾਂ ਦੇ ਡਰ ਤੋਂ ਦਿੱਤਾ ਗਿਆ, ਉਹ ਕੋਈ ਸਵੈ ਇੱਛਾ ਦੇ ਨਾਲ ਦਿੱਤਾ ਗਿਆ ਅਸਤੀਫਾ ਨਹੀਂ ਸੀ। ਕਿਉਂਕਿ ਜਦੋਂ ਆਰਡੀਨੈਂਸ ਹੋਏ ਉਸ ਤੋਂ 6 ਮਹੀਨੇ ਤੱਕ ਤਾਂ ਤੁਸੀਂ ਤਾਰੀਫਾਂ ਹੀ ਕਰਦੇ ਰਹੇ ਹੋ ਇਹਨਾਂ ਦੀਆਂ, ਤੇ ਬਾਅਦ ਦੇ ਵਿੱਚ ਜਦੋਂ ਦੇਖਿਆ ਵੀ ਲੋਕ ਹੁਣ ਬਾਹਰ ਨਹੀਂ ਨਿਕਲਣ ਦਿੰਦੇ ਤੇ ਮਜਬੂਰੀ ਦੇ ਵਿੱਚ ਤੁਸੀਂ ਅਸਤੀਫਾ ਦਿੱਤਾ। ਮੈਂ ਇਸ ਤੋਂ ਵੀ ਅੱਗੇ ਜਾਣਾ, ਹਰਸਿਮਰਤ ਬਾਦਲ ਨੇ 3 ਥਾਵਾਂ ਦੇ ਉੱਤੇ ਦਸਤਖਤ ਕੀਤੇ ਹੈ ਜਿਹੜੇ ਕਿ ਆਮ ਲੋਕਾਂ ਨੂੰ ਮੈਂ ਅਵਗਤ ਕਰਾਉਣਾ ਚਾਹੁੰਦਾ ਸਮਰਥਨ ਦੇ ਵਿੱਚ ਇਹਨਾਂ 3 ਖੇਤੀ ਕਾਨੂੰਨਾਂ ਦੇ। ਪਹਿਲੀ ਵਾਰ ਫੂਡ ਪ੍ਰੋਸੈਸਿੰਗ ਮੰਤਰੀ ਵਜੋਂ ਬਿੱਲ ਦੇ ਖਰੜੇ ਦੇ ਉੱਤੇ ਹਰਸਿਮਰਤ ਬਾਦਲ ਨੇ ਸਾਈਨ ਕੀਤੇ। ਦੂਜੀ ਵਾਰ ਕੈਬਨਿਟ ਦੇ ਵਿੱਚ ਜਦੋਂ ਆਰਡੀਨੈਂਸ ਆਇਆ ਉਦੋਂ ਸਾਈਨ ਕੀਤੇ। ਤੀਜੀ ਵਾਰ ਕੈਬਨਿਟ ਵਿੱਚ ਜਦੋਂ ਬਿੱਲ ਬਣ ਕੇ ਸਾਹਮਣੇ ਆਇਆ ਉਦੋਂ ਸਾਈਨ ਕੀਤੇ। ਜੇ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਹੀ ਕਰਦੀ ਸੀ ਤਾਂ ਉਹ ਅਸਹਿਮਤੀ ਨੋਟ ਕਿਉਂ ਨਹੀਂ ਛਾਪਿਆ, ਉਹ ਡਿਸੈਂਟ ਨੋਟ ਅੱਜ ਕਿਉਂ ਜਨਤਕ ਨਹੀਂ ਕਰਦੇ? ਇਹ ਸਵਾਲ ਨੇ ਜਿਹੜੇ ਪੰਜਾਬੀਆਂ ਦੇ ਸਾਹਮਣੇ ਨੇ ਔਰ ਪੰਜਾਬੀਆਂ ਨੂੰ ਇਹਨਾਂ ਦੇ ਉੱਤਰ ਚੰਗੀ ਤਰ੍ਹਾਂ ਪਤਾ। इसमें बिल्कुल कोई शक नहीं है कि 3 जून को जब ये ऑर्डिनेंस आया था उस दिन ही कैबिनेट में पुरजोर तरीके से मैंने पूरी कैबिनेट को, प्रधानमंत्री जी को समझाने की कोशिश करी कि किसानों के मन में इन तीनों कानूनों के खिलाफ बहुत ज़्यादा शंकाएं हैं और बहुत सारे उनके मन में खदशे हैं। और आप कृपा करके कम से कम एक हफ़्ता, अगले हफ्ते की मीटिंग के लिए आप कैबिनेट में आप डेफ़र कर दीजिए, किसानों को बुला के उनसे समझ लीजिए। लेकिन अकेली आवाज़ होने के नाते वहाँ पे सुना नहीं गया, बल्कि ये कहा गया कि जब तक ये खेतीबाड़ी मंत्री ने कहा कि जब तक ये पार्लियामेंट में कानून नहीं बनता है तब तक इसका कोई असर नहीं होगा और कानून बनाने से पहले हम ये सारे खदशे एड्रेस कर लेंगे। ਉਧਰ ਜਿਸ ਤਰ੍ਹਾਂ ਦੇ ਰਗੜੇ ਵੱਖ-ਵੱਖ ਸਿਆਸੀ ਧਿਰਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਲਾਏ ਨੇ, ਇਸ ਕੜੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਬਖਸ਼ਿਆ ਸਿੱਧੂ ਨੇ। ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈਂਦੇ ਉਹਨਾਂ ਦਾ ਕਹਿਣਾ ਸੀ ਕਿ ਅੱਜ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਆਮ ਆਦਮੀ ਪਾਰਟੀ। ਪਰ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਜੋ ਖਬਰਾਂ ਆਈਆਂ ਸੀ ਉਹ ਖਬਰਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਚੱਲੀਆਂ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਅੱਜ ਮੌਜੂਦਾ ਹਾਲਾਤ ਵਿਖਾਏ ਜਾ ਰਹੇ ਨੇ, ਡਰਾਮਾ ਕੀਤਾ ਜਾ ਰਿਹਾ ਵਿਧਾਨ ਸਭਾ ਦੇ ਵਿੱਚ ਕਾਪੀਆਂ ਪਾੜ ਕੇ ਕਾਨੂੰਨਾਂ ਦੀਆਂ, ਇਹ ਸਰਾਸਰ ਕੇਜਰੀਵਾਲ ਦੀ ਸਿਆਸਤ। 1 ਦਸੰਬਰ 2020 ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਪ੍ਰਾਈਵੇਟ ਮੰਡੀ APMC ਨੂੰ ਰੱਦ ਕਰਕੇ ਪ੍ਰਾਈਵੇਟ ਮੰਡੀ ਸਥਾਪਿਤ ਕਰਨ ਦੇ ਲਈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਨੋਟੀਫਾਈ ਕੀਤਾ। ਜਦ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੰਦੋਲਨ ਕਰ ਰਹੇ ਸੀ, ਉਦੋਂ ਬਾਅਦ ਡਰਾਮਾ ਕੀਤਾ, ਸੈਸ਼ਨ ਬੁਲਾ ਕੇ ਬਿੱਲ ਪਾੜਤੇ। ਪਰ ਕੀ ਉਹ ਜਿਹੜਾ ਕਾਨੂੰਨ ਨੋਟੀਫਾਈ ਕੀਤਾ ਸੀਗਾ ਪ੍ਰਾਈਵੇਟ ਮੰਡੀਆਂ ਵਾਲਾ, ਕੀ ਉਹ ਡੀ ਨੋਟੀਫਾਈ ਹੋਇਆ? ਜੇ ਡੀ ਨੋਟੀਫਾਈ ਕੀਤਾ ਤੇ ਫਿਰ ਮੈਂ ਮੰਨਾਂ। ਇਹ ਡਰਾਮਾ ਹੈ ਸਾਰਾ, ਇਹ ਦਿਖਾਵਾ ਹੈ ਸਾਰਾ, ਇਹ ਮਗਰਮੱਛ ਦੇ ਆਂਸੂ। ਉਧਰ ਫਸਲਾਂ ਦੀ MSP ਦੇ ਵਿੱਚ ਵਾਧੇ ਨੂੰ ਲੈ ਕੇ ਪ੍ਰਗਟ ਸਿੰਘ ਦਾ ਵੀ ਬਿਆਨ ਹੈ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ। ਕਿਸਾਨਾਂ ਨੂੰ ਜਿਸ ਚੀਜ਼ ਦੀ ਲੋੜੀਂਦੀ ਜ਼ਰੂਰਤ ਸੀ ਉਸ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। 2 ਰੁਪਏ ਤੋਂ 40 ਰੁਪਏ ਤੱਕ ਦਾ ਵਾਧਾ ਕੋਈ ਵਾਧਾ ਨਹੀਂ ਹੁੰਦਾ। ਦੇਖੋ, ਮੈਂ ਕਹਿੰਦਾ ਵੀ ਇਹ ਤਾਂ ਬਿਲਕੁਲ ਕਿਸਾਨੀ ਨਾਲ ਮਜ਼ਾਕ ਹੈ, ਕਿਉਂਕਿ MSP ਅਸੀਂ ਬੇਸਿਕਲੀ ਤਾਂ ਜੋ ਉਹਦੇ ਤੇ ਐਕਸਪੈਂਸਸ ਆਉਂਦਾ ਉਹਨੂੰ ਕੈਲਕੂਲੇਟ ਕਰਕੇ ਵਧਾਉਣੀ ਹੁੰਦੀ ਆ। ਤੁਸੀਂ ਖਾਦ ਦੀਆਂ ਕੀਮਤਾਂ ਦੇਖ ਲਓ, ਤੁਸੀਂ ਤੇਲ ਦੀਆਂ ਕੀਮਤਾਂ ਦੇਖ ਲਓ, ਤੇਲ ਦੇ ਨਾਲ ਟਰਾਂਸਪੋਰਟੇਸ਼ਨ ਦੇਖ ਲਓ। ਮੈਨੂੰ ਲੱਗਦਾ ਕਿ ਇਹ ਬਿਲਕੁਲ ਇੱਕ ਮਜ਼ਾਕ ਹੈ ਕਿਸਾਨੀ ਨਾਲ। ਔਰ ਦੂਸਰੀ ਇਹ ਵੀ ਹੈ, MSP ਮੇਰਾ ਖਿਆਲ ਹੈ ਕਿ 23 ਫਸਲਾਂ 'ਤੇ ਆ, ਜਦ ਕਿ ਸਿਰਫ ਖਰੀਦ ਜਿਹੜੀ ਆ ਉਹ 2 ਫਸਲਾਂ ਦੀ ਹੁੰਦੀ ਆ। ਔਰ ਉਹ ਵੀ ਸਰਕਾਰ ਦੀ ਨੀਤ, ਆ ਜਿਹੜੇ 3 ਕਾਲੇ ਬਿੱਲ ਲਿਆ ਕੇ, ਉਹ ਵੀ ਸਰਕਾਰ ਦੀ ਨੀਤ ਜਿਹੜੀ ਸਾਫ਼ ਨਹੀਂ ਹੈਗੀ। ਸੋ ਮੈਂ ਤਾਂ ਇਸ ਗੱਲ ਨੂੰ ਬਿਲਕੁਲ ਰਿਜੈਕਟ ਕਰਦਾ, ਕਿਉਂਕਿ ਇਹ
ਦੇਸ਼ ਨੂੰ ਜਿੱਧਰ ਨੂੰ ਬੀਜੇਪੀ ਦੀ ਸਰਕਾਰ ਲੈ ਕੇ ਜਾ ਰਹੀ ਆ, ਇਹ ਬੜਾ ਮੰਦਭਾਗਾ ਆ। ਔਰ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੋਣ ਵਾਲੀਆਂ, ਮੈਨੂੰ ਲੱਗਦਾ ਸਰਕਾਰ ਨੂੰ ਔਰ ਖਾਸ ਕਰਕੇ ਸਾਡੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਔਰ ਅਮਿਤ ਸ਼ਾਹ ਜੀ ਨੂੰ ਸੋਚ ਵਿਚਾਰ ਕੇ ਇਹਨੂੰ ਵਿਡਰਾਅ ਕਰਕੇ ਉਹਦੇ ਤੋਂ ਬਾਅਦ ਚਾਹੇ ਇੱਕ ਕਮੇਟੀ ਦੀ ਫਾਰਮੇਸ਼ਨ ਕਰ ਲੈਣ ਔਰ ਉਹਦੇ ਤੋਂ ਗਾਂਹ ਦੇਸ਼ ਨੂੰ ਜਿਹੜਾ ਉਹ ਤੋਰਨਾ ਚਾਹੀਦਾ। ਇਸ ਮਸਲੇ ਨੂੰ ਲੈ ਕੇ ਹੋਰ ਕਈ ਸਿਆਸੀ ਧਿਰਾਂ ਦੇ ਵੀ ਪ੍ਰਤੀਕਰਮ ਨੇ। ਕਿ ਕੁਝ ਵੱਖ-ਵੱਖ ਸਿਆਸੀ ਧਿਰਾਂ ਨੇ ਕਿਹਾ, ਉਹ ਸੁਣੋ। तोहफा धोखा ही नहीं, मैं कहती हूँ कि किसानों का अपमान किया गया है। 40 रुपये क्विंटल जो पिछले कई सालों में 10 सालों में सबसे कम एमएसपी का रेज़ है, जब आपने 2022 में किसानों की आमदन को दुगना करने का आपने वादा किया था, प्रण किया था, अपने मैनिफेस्टो में आपने डाला था, पूरा देश में जाके प्रचार 2015-16 में कि 2022 75वें साल आज़ादी के किसान की आमदन दुगनी, किसानों को तो सड़कों में बैठा दिया। पेट्रोल डीजल के ज़रूर आपने दाम दुगने कर दिए हैं, और 40 रुपये सबसे कम ना स्वामीनाथन कमेटी की आपने सही ढंग से C2 की जगह A2 करके उधर भी आपने धोखा दिया। और अब 40 रुपये आप क्विंटल बढ़ा के मतलब 40 पैसे किलो, और डीजल पेट्रोल कितना आपने साल भर में 20 रुपये लीटर आपने साल भर में बढ़ा दिया है। 2014 से अब तक दुगना कर दिया है, डबल कर दिया है। तो ये किसानों के साथ भद्दा मजाक ही नहीं, ये उनके साथ एक धोखा ही नहीं, लेकिन मैं ये कह सकती हूँ कि किसानों के प्रति जो आपकी नफ़रत है, एक तरह से आपने इस नफ़रत को दिखाया है कि किसानों की आमदन दुगना करने के लिए आपके लिए सिर्फ एक जुमला था, और किसान ये सब देख रहे हैं। उधर कुलजीत सिंह नागरा भी सियासी तौर के उत्ते एक्टिव नजर आए ने। कुलजीत सिंह नागरा बहुत घੱਟ ਕਿਸੇ ਸਿਆਸੀ ਮਸਲੇ ਦੇ ਉੱਤੇ ਬਿਆਨਬਾਜ਼ੀ ਕਰਦੇ ਨੇ, ਪਰ ਜਿਸ ਤਰ੍ਹਾਂ ਦੇ ਨਾਲ ਕੁਲਜੀਤ ਸਿੰਘ ਨਾਗਰਾ ਨੇ ਘੇਰਾ ਆਮ ਆਦਮੀ ਪਾਰਟੀ ਨੂੰ ਪਾਇਆ, ਇਸ ਹਿਸਾਬ ਦੇ ਨਾਲ ਲੱਗਦਾ ਹੈ ਕਿ ਕੁਲਜੀਤ ਸਿੰਘ ਨਾਗਰਾ ਆਮ ਆਦਮੀ ਪਾਰਟੀ ਤੇ ਆਉਣ ਵਾਲੇ ਦਿਨਾਂ 'ਚ ਕਾਫੀ ਭਾਰੀ ਪੈਣਗੇ। ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਅਪਰਾਧਿਕ ਮਾਮਲਿਆਂ ਦੇ ਅੰਕੜੇ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ, ਉਹਨਾਂ ਪ੍ਰੈਸ ਕਾਨਫਰੰਸਾਂ ਦਾ ਜਵਾਬ ਖੁਦ ਕੁਲਜੀਤ ਸਿੰਘ ਨਾਗਰਾ ਨੇ ਦਿੱਤਾ। ਨਾਗਰਾ ਅਪਰਾਧਿਕ ਅੰਕੜੇ ਦੇ ਉੱਤੇ ਨਹੀਂ ਰੁਕੇ, ਬਲਕਿ ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਤੱਕ ਦੀਆਂ ਵੱਡੀਆਂ ਗੱਲਾਂ ਆਖ ਦਿੱਤੀਆਂ। ਕੀ ਕੁਝ ਕਹਿ ਰਹੇ ਨੇ ਕੁਲਜੀਤ ਸਿੰਘ ਨਾਗਰਾ, ਸੁਣੋ। ਮੈਂ ਦੇਖ ਰਿਹਾ ਕਿ ਅੱਜ ਕੱਲ੍ਹ ਬੜੇ ਪੰਜਾਬ ਸਰਕਾਰ ਦੇ ਕ੍ਰਾਈਮ ਦੇ ਡਾਟੇ ਦੇ ਉੱਤੇ ਔਰ ਹੋਰ ਕਈ ਗੱਲਾਂ ਦੇ ਉੱਤੇ ਬੋਲ ਰਹੇ ਆ। ਮੈਂ ਇਹ ਮਹਿਸੂਸ ਕੀਤਾ ਕਿ ਮੈਂ ਚੀਮਾ ਸਾਹਿਬ ਨੂੰ ਇੱਕ ਬੇਨਤੀ ਕਰਾਂ ਕਿ ਚੀਮਾ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਕ੍ਰਾਈਮ ਦੇ ਡਾਟੇ ਦੇ ਉੱਤੇ ਤਾਂ ਆਪਣਾ ਬਿਆਨ ਦਿੱਤਾ ਆ, ਵੀ ਕਿਰਪਾ ਕਰਕੇ ਦਿੱਲੀ ਦੇ ਵਿੱਚ ਕ੍ਰਾਈਮ ਦੀ ਕੀ ਪੋਜੀਸ਼ਨ ਹੈਗੀ ਹੈ, ਜਿੱਥੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਔਰ ਅਕਸਰ ਤੁਸੀਂ ਇਹ ਗੱਲ, ਤੁਹਾਡੇ ਮੁੱਖ ਮੰਤਰੀ ਕੇਜਰੀਵਾਲ ਜੀ ਔਰ ਤੁਸੀਂ ਇਹ ਗੱਲ ਅਕਸਰ ਕਹਿੰਦੇ ਹੋ ਕਿ ਦਿੱਲੀ ਦੀ ਪੁਲਿਸ ਸਾਡੇ ਅੰਡਰ ਨਹੀਂ ਹੈਗੀ। ਅਤੇ ਕੀ ਤੁਸੀਂ ਜਦੋਂ ਪੰਜਾਬ ਦੇ ਕ੍ਰਾਈਮ ਰੇਟ ਦੇ ਡਾਟੇ ਦਿੱਤੇ ਨੇ, ਤੁਹਾਡਾ ਫਰਜ਼ ਨਹੀਂ ਸੀ ਬਣਦਾ ਕਿ ਦਿੱਲੀ ਦੇ ਵਿੱਚ ਕ੍ਰਾਈਮ ਰੇਟ ਦੇ ਡਾਟੇ ਨਾਲ ਦਿੰਦੇ ਔਰ ਉੱਥੇ ਦੱਸਦੇ ਕਿ ਦਿੱਲੀ ਦੇ ਵਿੱਚ ਕ੍ਰਾਈਮ ਦਾ ਰੇਟ ਕੀ ਹੈਗਾ। ਸੋ ਕਿਰਪਾ ਕਰਕੇ ਤੁਸੀਂ ਦਿੱਲੀ ਦੇ ਕ੍ਰਾਈਮ ਰੇਟ ਦਾ ਡਾਟਾ ਜ਼ਰੂਰ ਜਨਤਕ ਕਰੋ। ਔਰ ਇਹਦੇ ਨਾਲ ਨਾਲ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਜੋ ਸਾਰਾ ਕੁਝ ਤੁਸੀਂ ਕਰ ਰਹੇ ਹੋ, ਇਹਦੇ ਪਿੱਛੇ ਨੀਤੀ ਕੁਝ ਹੋਰ ਹੈ। ਇੱਕ ਸੋਚੀ ਸਮਝੀ ਨੀਤੀ ਦੇ ਤਹਿਤ ਤੁਸੀਂ ਇਹ ਸਾਰਾ ਕੁਝ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਹੋ। ਉਧਰ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਹੈ ਕਿ ਆਪਣੀਆਂ ਪਾਰਟੀ ਦੀ ਅੰਦਰੂਨੀ ਕਲੇਸ਼ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੀ ਬਿਆਨਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਤੇ ਨਾਲ ਹੀ ਕੁਲਜੀਤ ਸਿੰਘ ਨਾਗਰਾ ਨੇ ਆਮ ਆਦਮੀ ਪਾਰਟੀ ਤੋਂ ਜੋ ਇਮਾਨਦਾਰੀ ਦੇ ਸਰਟੀਫਿਕੇਟ ਉਹਨਾਂ ਦੇ ਵੱਲੋਂ ਵੰਡੇ ਜਾਂਦੇ ਨੇ, ਉਸ ਦੇ ਉੱਤੇ ਟਿੱਪਣੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਮਾਨਦਾਰ ਹੋ ਤਾਂ ਜਿਸ ਤਰ੍ਹਾਂ ਦੇ ਨਾਲ ਫੰਡ 2017 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਆਏ ਸੀ, ਉਹ ਸਾਰੇ ਫੰਡਾਂ ਦਾ ਵੇਰਵਾ ਪੇਸ਼ ਕੀਤਾ ਜਾਵੇ। ਔਰ ਭਗਵੰਤ ਮਾਨ ਜੀ ਤੁਹਾਡੇ ਜਿਹੜੇ ਹੈਗੇ ਨੇ ਪ੍ਰਧਾਨ ਪੰਜਾਬ ਦੇ, ਉਹ ਵੀ ਰੂਪੋਸ਼ ਹੋ ਕੇ ਤਪ ਕਰ ਰਹੇ ਨੇ। ਸੋ ਮੇਰੇ ਨੂੰ ਐਂ ਲੱਗਦਾ ਆ ਕਿ ਜਿਹੜਾ ਇਹ ਕਲੇਸ਼ ਹੈਗਾ ਆ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ, ਇਹਨੂੰ ਇਸ ਕਲੇਸ਼ ਨੂੰ ਛੁਪਾਉਣ ਵਾਸਤੇ ਤੁਸੀਂ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਕਰ ਰਹੇ ਹੋ। ਔਰ ਤਕਰੀਬਨ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਦਿੱਲੀ ਦੀ ਲੀਡਰਸ਼ਿਪ ਤੋਂ, ਜਿਵੇਂ ਪਿਛਲੀ ਵਾਰ 2017 ਤੋਂ ਪਹਿਲਾਂ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਆ ਕੇ ਕਬਜ਼ਾ ਕਰ ਲਿਆ ਸੀ,
ਤੇ ਸਾਰੇ ਫੈਸਲੇ ਆਪਣੀਆਂ ਮਨਮਰਜ਼ੀਆਂ ਮੁਤਾਬਕ ਉਹ ਕਰਦੇ ਸੀਗੇ। ਔਰ ਜਿਹੜਾ ਦਿੱਲੀ ਤੋਂ ਆ ਕੇ ਇੱਥੇ ਜਿਹੜਾ ਇੰਚਾਰਜ ਦਿੱਲੀ ਤੋਂ ਆ ਕੇ ਰਾਘਵ ਚੱਡਾ ਜੀ ਬੈਠੇ ਨੇ, ਉਹ ਇਸ ਤਰ੍ਹਾਂ ਲੱਗਦੇ ਸੀ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਇਹ ਜਿਹੜਾ ਤੁਹਾਡਾ ਅੰਦਰਲਾ ਕਲੇਸ਼ ਹੈ, ਇਹਦੇ ਬਾਰੇ ਦੇ ਵਿੱਚ ਲੋਕਾਂ ਨੂੰ ਕਲੀਅਰ ਕਰੋ, ਪੰਜਾਬ ਦੀ ਜਨਤਾ ਨੂੰ ਕਲੀਅਰ ਕਰੋ। ਔਰ ਬਹੁਤ ਦੇਰ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਬਾਰੇ ਦੇ ਵਿੱਚ ਤੁਹਾਡੇ ਕੇਜਰੀਵਾਲ ਸਾਹਿਬ ਕਹਿ ਕੇ ਗਏ ਸੀਗੇ ਕਿ ਦੇਵਾਂਗੇ, ਕਿਉਂ ਨਹੀਂ ਕਲੀਅਰ ਕਰਦੇ ਉਸ ਗੱਲ ਨੂੰ? ਕੇਜਰੀਵਾਲ ਸਾਹਿਬ ਅੰਮ੍ਰਿਤਸਰ ਜਾ ਕੇ ਮੀਟਿੰਗਾਂ ਕਰ ਸਕਦੇ ਨੇ, ਪਰ ਪ੍ਰੈਸ ਵਾਰਤਾ ਦੇ ਵਿੱਚ ਇੰਨੀ ਕਾਹਲੀ ਕੀਤੀ ਗਈ ਕਿ ਸੂਬੇ ਦੇ ਪ੍ਰਧਾਨ ਨੂੰ ਵੀ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਵੈਲਕਮ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ, ਨਵੇਂ ਜਿਹੜੇ ਕੋਈ ਉਹਨਾਂ ਨੂੰ ਜੁਆਇਨ ਕਰ ਰਹੇ ਸੀਗੇ। ਇਸੇ ਤਰ੍ਹਾਂ ਤੁਹਾਡੇ ਸੂਬੇ ਦੇ ਪ੍ਰਧਾਨ ਸਾਹਿਬ ਵੀ ਕਿਤੇ ਨਜ਼ਰ ਨਹੀਂ ਆ ਰਹੇ। ਔਰ ਇਹ ਜਿਹੜੀਆਂ ਅੰਦਰੂਨੀ ਜਿਹੜੀ ਕਲਾ ਆ, ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਿੱਥੇ ਸਰਕਾਰ ਹੁੰਦੀ ਹੈ, ਇੱਕ ਆਪੋਜੀਸ਼ਨ ਦਾ ਜਿਹੜਾ ਰੋਲ ਹੁੰਦਾ ਆ, ਸਾਨੂੰ ਤਾਂ ਕਿਤੇ ਨਾ ਕਿਤੇ, ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਆਪੋਜੀਸ਼ਨ ਖੇਡਿਓ, ਕਿਉਂਕਿ ਜਦੋਂ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਆ, ਉਹ ਤਕਰੀਬਨ 4-5 ਧੜਿਆਂ ਦੇ ਵਿੱਚ ਤਾਂ ਉਦੋਂ ਦੇ ਹੀ ਵੰਡੇ ਹੋਏ ਸੀਗੇ। ਸੋ ਇਸ ਕਰਕੇ ਆਪਣੇ ਘਰ ਦੀ ਕਲਾ ਕਲੇਸ਼ ਤੋਂ ਦੁਖੀ ਹੋ ਕੇ ਦੂਸਰਿਆਂ ਦੇ ਘਰਾਂ ਦੇ ਵਿੱਚ ਵੱਟੇ ਨਾ ਮਾਰੋ। ਮੈਨੂੰ ਇਹ ਮਹਿਸੂਸ ਹੁੰਦਾ ਆ ਕਿ ਐਡੇ ਵੱਡੇ ਲੀਡਰਾਂ ਦਾ ਕੋਈ ਜਵਾਬ ਤੁਹਾਡੇ ਵੱਲੋਂ ਨਹੀਂ ਆਉਂਦਾ। ਔਰ ਪੰਜਾਬ ਤੋਂ ਬਾਹਰ ਗਏ NRIਆਂ ਨੇ ਬਹੁਤ ਸਾਰੇ ਸਵਾਲ ਚੁੱਕੇ, ਉਹਨਾਂ ਦਾ ਜਵਾਬ ਵੀ ਅਜੇ ਤੱਕ ਤੁਸੀਂ ਨਹੀਂ ਦਿੱਤਾ ਕਿ ਜਿਹੜਾ ਫੰਡ ਬਾਹਰੋਂ ਆਇਆ ਸੀਗਾ ਉਹ ਕਿੱਥੇ ਗਿਆ ਆ। ਸੋ ਇਸ ਕਰਕੇ ਇੱਕ ਤੁਸੀਂ ਕਹਿੰਦੇ ਹੁੰਦੇ ਸੀ, ਕੇਜਰੀਵਾਲ ਜੀ ਕਹਿੰਦੇ ਸੀਗੇ ਕਿ ਸਾਡੇ ਜਿਹੜਾ 1-1 ਰੁਪਈਆ ਮੇਰੇ ਕੋਲ ਆਊਗਾ, ਉਹਦਾ ਡਿਟੇਲ ਜਿਹੜੀ ਹੈਗੀ ਹੈ ਤੁਹਾਡੀ ਉਹਦੇ ਉੱਤੇ ਨੈੱਟ ਦੇ ਉੱਤੇ ਪਈ ਹੋਊਗੀ, ਉਹ ਤੁਹਾਡੇ ਕੋਲੇ ਤੁਸੀਂ ਜਦੋਂ ਮਰਜ਼ੀ ਖੋਲ੍ਹ ਕੇ ਉਹ ਤੋਂ ਦੇਖ ਸਕਦੇ ਹੋ ਵੀ ਕਿਹੜਾ ਪੈਸਾ ਕਿੱਥੇ ਹੈ। ਅਤੇ ਉਹ ਜਿਹੜਾ ਹੈਗਾ ਆ, ਉਹ ਤੁਹਾਡਾ ਨੈੱਟ ਵੀ ਅਤੇ ਉਹ ਤੁਹਾਡਾ ਖਾਤੇ ਦਾ ਜਿਹੜਾ ਉਹ ਸਾਹਮਣੇ ਜਿਹੜਾ ਥੋੜ੍ਹੀ ਦੇਰ ਲਈ ਰਿਹਾ ਸੀਗਾ, ਉਹ ਵੀ ਬਹੁਤ ਸਾਲਾਂ ਤੋਂ ਗਾਇਬ ਹੋ ਗਿਆ। ਇਹ ਸਾਰੀਆਂ ਗੱਲਾਂ ਦੇ ਇਹ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਪਊਗਾ। ਸੱਚੀ ਸੁੱਚੀ ਤੇ ਸਾਫ਼ ਸੁਥਰੀ ਸਿਆਸਤ ਕਰਨ ਦਾ ਦਾਅਵਾ ਕਰਨ ਤੋਂ ਪਹਿਲਾਂ ਜਿਹੜੀ ਸਿਆਸਤ ਕੀਤੀ ਹੈ, ਉਹਦੇ ਅੰਦਰ ਜਿਹੜਾ ਗੰਧਲਾਪਨ ਪੈਦਾ ਹੋਇਆ ਆ, ਪਹਿਲਾਂ ਉਹਦੇ ਬਾਰੇ ਦੇ ਵਿੱਚ ਲੋਕਾਂ ਨੂੰ ਜਿਹੜਾ ਹੈਗਾ ਆ ਉਹ ਦੱਸੋ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਤੁਸੀਂ ਭਰਮ ਭੁਲੇਖਾ ਇੱਧਰ ਉੱਧਰ ਪਾ ਰਹੇ ਹੋ ਉਹ ਨਾ ਪਾਇਆ ਜਾ ਸਕੇ। ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ਤੇ ਉੱਤੇ ਇਲਜ਼ਾਮ ਲਾਏ ਨੇ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਭਾਰਤ ਦੀ ਮੁਹਿੰਮ ਦੇ ਤਹਿਤ ਇੱਕ ਖਾਸ ਤਰ੍ਹਾਂ ਦੀ ਸੜਕਾਂ ਦਾ ਜਾਲ ਵਿਛਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਦੇ ਵਿੱਚ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ। ਕਰੋੜਾਂ ਰੁਪਏ ਦੇ ਘੁਟਾਲੇ ਦੀ ਗੱਲ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਹੈ ਕਿ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਸਰਕਾਰਾਂ ਦੇ ਵੱਲੋਂ। ਕਿ ਕੁਝ ਆਮ ਆਦਮੀ ਪਾਰਟੀ ਦੀ ਆਗੂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ, ਸੁਣੋ। ਕੀ ਸਾਡੀਆਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਨਹੀਂ ਸੀ, ਇਹ ਡਿਊਟੀ ਨਹੀਂ ਸੀ ਕਿ ਜਦੋਂ ਇਹ ਕਲੈਕਟਰੇਟ ਇਹਨਾਂ ਨੇ ਬੇਤੁਕੇ ਬਿਆਨ ਲਾ ਕੇ ਪੰਜਾਬ ਦੇ ਵਿੱਚ ਘਟਾਏ ਨੇ, ਉਸ ਵੇਲੇ ਇਸ ਚੀਜ਼ ਦਾ ਵੀ ਖਿਆਲ ਰੱਖਿਆ ਜਾਂਦਾ ਕਿ ਜਿਹੜੇ ਪ੍ਰੋਜੈਕਟ ਆਣੇ ਨੇ ਜਿਹਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਣੀਆਂ ਨੇ, ਉਸ ਚੀਜ਼ ਤੋਂ ਕਿਸਾਨਾਂ ਦੀ ਲੁੱਟ ਨੂੰ ਕਿਵੇਂ ਬਚਾਇਆ ਜਾਵੇ, ਉਹਨਾਂ ਕਲੈਕਟਰ ਰੇਟਾਂ ਦੇ ਘਟਣ ਦੇ ਨਾਲ ਉਸ ਚੀਜ਼ ਤੇ ਕੋਈ ਅਸਰ ਨਾ ਪਵੇ, ਇਸ ਚੀਜ਼ ਨੂੰ ਕਿਵੇਂ ਬਚਾਇਆ ਜਾਵੇ। ਕੀ ਇਹ ਸਾਡੀਆਂ ਪਿਛਲੀ ਸਰਕਾਰ ਦੀ ਜਿਹਨੇ ਪਹਿਲਾਂ ਕਲੈਕਟਰ ਰੇਟ ਘਟਾਏ ਔਰ ਹੁਣ ਵਾਲੀ ਦੀ ਕੀ ਇਹ ਜ਼ਿੰਮੇਵਾਰੀ, ਇਹ ਡਿਊਟੀ ਨਹੀਂ ਸੀ? ਔਰ ਜੇ ਕਲੈਕਟਰ ਰੇਟ ਘਟ ਗਏ ਤਾਂ ਜਦੋਂ ਇਹ ਭਾਰਤ ਮਾਲਾ ਪਰਿਯੋਜਨਾ ਪੰਜਾਬ ਦੇ ਵਿੱਚ ਹੋਣਾ, ਜਿਹੜੀ ਮੌਜੂਦਾ ਸਰਕਾਰ ਇਹਦੇ ਤਹਿਤ ਜ਼ਮੀਨ ਐਕਵਾਇਰ ਕਰਾ ਰਹੀ ਹੈ, ਇਹ ਜ਼ਮੀਨ ਐਕਵਾਇਰ ਕਰਾਉਣ ਤੋਂ ਪਹਿਲਾਂ ਕੀ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ, ਮੌਜੂਦਾ ਸਰਕਾਰ ਦੀ ਇਹ ਡਿਊਟੀ ਨਹੀਂ ਸੀ ਕਿ ਇਹ ਕੁਝ ਐਸੇ ਆਪਣੇ ਸਟੇਟ ਦੇ ਨੋਰਮਸ ਬਣਾਉਣੀਆਂ, ਕੋਈ ਸਟੇਟ ਦੇ ਵਿੱਚ ਐਸੇ ਰੂਲਸ ਬਣਾ ਕੇ ਚੱਲਦੇ ਜਿਹਦੇ ਨਾਲ ਕਿ ਇਹ ਜਿਹੜੇ ਕਲੈਕਟਰ ਰੇਟ ਘਟੇ ਹੋਏ ਕਲੈਕਟਰ ਰੇਟ ਹੈ ਉਹਦਾ ਅਸਰ ਇਹਨਾਂ ਅਵਾਰਡਾਂ ਦੇ ਉੱਪਰ, ਇਹਨਾਂ ਮੁਆਵਜ਼ਿਆਂ ਦੇ ਉੱਪਰ ਨਾ ਪੈਂਦਾ। ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਬੇਸ਼ੱਕ ਅਕਾਲੀ ਦਲ ਬਾਦਲ ਧੜੇ ਨੂੰ ਜਿੱਤ ਹਾਸਲ ਹੋਈ ਸੀ, ਪਰ ਨਾਮਜ਼ਦ ਮੈਂਬਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਚੋਣ ਹੋਣੀ ਸੀ, ਇਸ ਚੋਣ ਦੇ ਵਿੱਚ ਸਰਨਾ ਧੜਾ ਕਾਫੀ ਭਾਰੀ ਪਿਆ ਨਜ਼ਰ ਆਇਆ ਅਕਾਲੀ ਦਲ ਦੇ ਉੱਤੇ। ਕਿ ਕੁਝ ਸਰਨਾ ਧੜੇ ਨੇ ਇਸ ਦਰਮਿਆਨ ਕਿਹਾ ਜਾਂ ਫਿਰ ਇਸ ਚੋਣ ਦੇ ਦਰਮਿਆਨ ਕੀ ਕੁਝ ਹੋਇਆ ਹੈ, ਖਾਸ रिपोर्ट ਤੁਹਾਨੂੰ ਦਿਖਾਉਂਦੇ ਹਾਂ। भाई लालू मैंने कमल जी अभी आपको बताया कि जो ऑब्जेक्शन किए जा रहे हैं, ऑब्जेक्शन का टाइम होता है, 4 दिन का उसका टाइम दिया गया, उसमें हमने भी ऑब्जेक्शन लगाई थी, हमारी भी लिस्ट निकली है, किसी और ने भी लगाई, उनकी भी निकली है, ये इसका एक टाइम होता है। मगर ये प्रोसेस आज तक नहीं देखा कि इलेक्शन शुरू होने वक्त डायरेक्टर खुद पूछे कि भैया तुम्हें कोई ऑब्जेक्शन है किसी को। ये इलेक्शन अगर दूसरी इलेक्शन भी हो रही है तो आप वोटर लिस्ट निकाल के लोगों से पूछोगे कि आपको ऑब्जेक्शन है। कल 4 बंदे आके मैं खड़े हो जाऊंगा कि मेरे को ऑब्जेक्शन है, फिर डिले करोगे।
जब इलेक्शन शुरू करने से पहले तुमने क्यों बोला? अगर तुमको ऑब्जेक्शन थी, अगर तुम्हें लगता था कि वोटर लिस्ट खराब है, तो तुम उसके ऊपर बात ही ना करते, कहते जी हमें वोटर लिस्ट के ऊपर ऑब्जेक्शन नहीं है, हम ये प्रोसेस बाद में करेंगे, हम नॉमिनीज की बात करते हैं। पहला स्टेप नॉमिनी बनाने का था, इसने नहीं किया। दूसरा स्टेप लॉटरी निकालने का था, इसने नहीं किया। इसने सबसे पहला स्टेप ही जड़ा है वो ऑप्शन का किया। सो एक तरफ से बाइस्ड होकर टोटल वन साइडेड इसने इलेक्शन लड़ाई है और ऐसे बंदे को जूता आज फेंका है प्रोटेस्ट की वजह से। ਉਧਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਵੀ ਰੁਖ ਕਰਾਂਗੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਕਈ ਵੱਡੇ ਮਸਲਿਆਂ ਦੇ ਉੱਤੇ ਵੱਡੀਆਂ टिप्पणियां कीतियां ने कि कुछ हरसिमरत कौर बादल कह रहे हैं, सुन। देखिए, भगवंत मान हो, नवजोत सिद्धू हो, ये सब कलाकार हैं और इनकी लड़ाई सिर्फ कुर्सी तक सीमित है। भगवंत मान जी जो शायद पहले पार्लियामेंटेरियन हैं पार्लियामेंट में, जो सारी अक्रॉस पार्टीज़ ने ही नहीं, उनके खुद के एमपीज़ ने चिट्ठी लिख के स्पीकर साहब को दिया कि ये सुबह 11 बजे ही शराब की हालत में ढके हुए पार्लियामेंट में आते हैं और उनके आसपास बैठना ही मुश्किल है। सो ये हमारे वित्त मंत्री साहब बठिंडे के जो हैं, उन्होंने शहीद भगत सिंह जी की मिट्टी को पकड़ के उनकी खा ली। सो ये झूठी कस्में खाने वाले लोग, ये सिर्फ अपनी कुर्सी तक इनकी राजनीति सीमित होती है, लोगों के प्रति इनका वोटों तक ही नाता रहता है। उधर पंजाब दे विच पनबस अते रोडवेज के मुलाजमां दी चल रहे प्रदर्शन के दरम्यान हुण आम आदमी पार्टी ने खुले तौर के उत्ते इन्हां प्रदर्शनकारियों के समर्थन का ऐलान कर दिता है। आम आदमी पार्टी के नेता ਅਤੇ नेता विरोधी धਿਰ हरपाल सिंह चीमा ने इस गल का ऐलान खुलेआम किया। ਅੱਜ ਪੰਜਾਬ ਦੇ ਲੱਖਾਂ ਹੀ ਰੋਡਵੇਜ਼ ਦੇ, ਪਨਬਸ ਦੇ, ਪੀਆਰਟੀਸੀ ਦੇ ਕੱਚੇ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ ਇਹਨਾਂ ਮਹਿਕਮਿਆਂ ਦੇ ਵਿੱਚ ਸਰਵਿਸ ਕਰ ਰਹੇ ਸੀਗੇ, ਉਹ ਸਾਰੇ ਧਰਨਿਆਂ ਤੇ ਨੇ, ਸਾਰੇ ਪ੍ਰੋਟੈਸਟ ਕਰ ਰਹੇ ਨੇਗੇ ਔਰ ਬੜੀ ਜਾਇਜ਼ ਮੰਗ, ਜਿਹੜੀ ਜਾਇਜ਼ ਮੰਗ ਆ, ਜਿਹਦਾ ਵਾਅਦਾ 2017 ਦੇ ਵਿੱਚ ਕੈਪਟਨ ਸਾਹਿਬ ਨੇ, ਕਾਂਗਰਸ ਪਾਰਟੀ ਨੇ ਕੀਤਾ ਸੀਗਾ ਕਿ ਮੈਂ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰੂੰਗਾ, ਚਾਹੇ ਉਹ ड्राइवर ने, चाहे कंडक्टर ने, चाहे वर्कशॉपां काम करने वाले नौजवान ने के। पर लेकिन 4.5 साल का समा बीत गया, अज तक उन्होंने मुलाजमां की कैप्टन साहब ने, कांग्रेस पार्टी ने कोई सार नहीं लई, पंजाब सरकार ने कोई सार नहीं लई। आम आदमी पार्टी इन्हां सारे कामियां की हड़ताल की हमायत करती है, समर्थन करती है और दूजे पासे कैप्टन साहब नूं ताड़ना करते हैं, बेनती करते हैं कि तुरंत सारे मुलाजमां नूं बुला के उन्हां सारे मुलाजमां दी मंगां मन्नियां जाण। अज उस ट्रांसपोर्ट माफिया के कारण साडे नौजवानों नूं सड़कां ते रोलना पै रहा, साडे नौजवानों नूं संघर्ष करना पै रहा। आम आदमी पार्टी इन्हां सारे मुलाजमां दे नाल डट के खड़ी आ। जिस तरह का भी प्रोग्राम लिखणगे, आम आदमी पार्टी वध चढ़ के हिस्सा पाऊगी। पंजाब इस वेले दे विच फिलहाल दी नहीं, फिर मुड़ हाजिर होवांगे नवीं ते ताज़ा अपडेट्स नाल। तद तक लिए मिलदे हो इजाज़त, बहुत बहुत धन्नवाद।